सत श्री अकाल जी, तुसीं देख रहे हो JVS टाइम्स। तकरीबन पिछले कई दिनों तो मोगा जिला के तहसील निहाल सिंह वाला के रिलायंस पंप के उपर जो धरना लग्या होया है और बहुत सारे जोड़े सियासी पार्टियां के लीडर भी आए और कुछ नहीं आए। पिछले दिनी भगवंत मान रणसिंह कलां दे विच आई सी, जिथे कि एक विवाद खड़ा हो गया सी। उहदे नाल भी संबंध जिहड़े आपां संबंध सवाल करांगे। अज साडे नाल लोक अधिकार लहर दे जिहड़े मैंबर ने रुपिंदरजीत साडे नाल ने, आओ उन्हां नाल गलबात करदे हां। सर, अज काफ़ी टाइम बाद जिहड़ा तुहानूं इत्थे आउण दा मौका मिलिਆ, की कहना चाहोगे? सब तो पहला तो बड़ी खुशी हो रही है जी कि साड़ियाँ भैणां भी शामिल हो गई इस धरने दे विच ते हर वर्ग शामिल हो रहा, जिन्हों देख के मन को खुशी होंदी है कि पंजाब दे लोग सियासी बंदियां दा खड़ा छड्ड के अपने हक्कां खातर की इकट्ठे हो रहे हैं, जिन्हों देख के मन को बड़ा हौसला होंदा ते पंजाब दी जिहड़ी नवीं उभरदी जिहड़ी तस्वीर आ हसदे वसदे पंजाब दी, ओह अखां नूं नज़र आउण लगी है। और तुसीं कह रहे सीगे कि जिहड़ा हैगा सियासी लीडर आ वो सिर्फ आपदी जिहड़ी हैगी कुर्सी दे लई जंग लड़दे आ। तकरीबन असीं देखिआ कि पिछे कांग्रेस ते जिहड़े अकाली आ वारों वारी आ रहे, तुहानूं नहीं लगदा कि तीजा बदलाव आउणा चाहीदा? नहीं, तीजा बदलाव ਜਿਹੜਾ ਬਦਲਾਅ कोई मर्जी आवे बाई जी, पर बदलाਅ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚੋਂ ਜੇਕਰ ਉੱਠੂਗਾ ਤਾਂ ਕਾਮਯਾਬ ਤਾਂ ਹੋਣਗੇ। ਤੀਜਾ ਬਦਲਾਅ ਪਹਿਲਾਂ ਲੋਕ ਦੇਖ ਚੁੱਕੇ ਆ। ਉਸ ਇਨਕਲਾਬ ਨੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਝੰਬਿਆ ਹੋਇਆ ਕਿ ਦੁਬਾਰਾ ਹੁਣ ਉੱਠਣ ਦੀ ਲੋਕ ਕੋਸ਼ਿਸ਼ ਨਹੀਂ ਕਰ ਰਹੇ। ਪਰ ਇਹ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਨੂੰ ਦੇਖ ਕੇ ਲੱਗਦਾ ਕਿ ਪੰਜਾਬ ਦੇ ਲੋਕ ਦੁਬਾਰੇ ਉੱਠਣਗੇ ਤੇ ਮੈਂ ਦੋ ਨਹੀਂ ਬਲਕਿ ਤਿੰਨੇ ਧਿਰਾਂ ਨੂੰ ਛੱਡ ਕੇ ਉਹਨਾਂ ਨੂੰ ਲਾਂਭੇ ਕਰਕੇ ਇੱਕ ਪੰਜਾਬ 'ਚੋਂ ਨਵੀਂ ਕੀ ਆ ਇੱਕ ਸੈਂਚਾ ਤਿਆਰ ਹੋਊਗਾ। ਜਿਵੇਂ ਅਸੀਂ ਕਹਿੰਦੇ ਆ ਨਾ ਇੱਟਾਂ ਦਾ ਭੱਠਾ, ਉੱਥੇ ਇੱਟ ਤਿਆਰ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਨਵੀਂ ਪਥੇਰ ਲੱਗੂਗੀ, ਨਵੇਂ ਸੈਂਚੇ ਹੋਣਗੇ, ਨਵੀਂ ਮਿੱਟੀ ਹੋਊ ਤੇ ਘੜ ਕੇ ਮੈਂ ਕਹਿੰਦਾ ਦੁਬਾਰਾ ਜੇ ਖੂਬਸੂਰਤ ਇਮਾਰਤ ਪੰਜਾਬ ਦੀ ਬਣਨ ਵਾਸਤੇ ਅਸੀਂ ਲੋਚ ਰਹੇ ਹਾਂ। ਲੋਕ ਅਧਿਕਾਰ ਲਹਿਰ ਇੱਕੋ ਚੀਜ਼ ਨੂੰ ਲੈ ਕੇ 1.5 ਸਾਲ ਪਹਿਲਾਂ ਤੋਂ ਤੁਰੀ ਸੀ ਕਿ ਪੰਜਾਬ ਨੂੰ ਕੋਈ ਰਵਾਇਤੀ ਪਾਰਟੀ ਜਾਂ ਰਵਾਇਤੀ ਨੇਤਾ ਨਹੀਂ ਬਚਾ ਸਕਦਾ। ਪੰਜਾਬ ਨੂੰ ਪੰਜਾਬ ਦੇ ਲੋਕ ਬਚਾ ਸਕਦੇ ਆ, ਬਸ਼ਰਤੇ ਉਹ ਆਪਦੇ ਹੱਕਾਂ ਵਾਸਤੇ ਜਾਗ ਜਾਣ। ਤੇ ਜਿੰਨੀ ਵਾਰ ਵੀ ਕੋਈ ਭੀੜ ਪਈ ਆ ਪੰਜਾਬੀਆਂ ਤੋਂ, ਜੋ ਬੜਾ ਵਧੀਆ ਮੈਂ ਕਿ ਰਿਜ਼ਲਟ ਨਿਕਲ ਕੇ ਆਇਆ, ਤੇ ਜਿਹੜੀ ਆ ਭੀੜ ਪਈ ਆ ਮੈਂ ਕਹਿੰਦਾ ਇਹ 'ਚੋਂ ਹੋ ਸਕਦਾ ਪੰਜਾਬ ਦੇ ਜਿਹੜਾ ਹੱਸਦੇ ਵੱਸਦੇ ਪੰਜਾਬ ਦੀ ਤਸਵੀਰ ਅਸੀਂ ਲੋਚ ਰਹੇ ਹਾਂ ਉਹ ਨਿਕਲ ਕੇ ਸਾਡੇ ਅੱਗੇ ਨਿਕਲ ਕੇ ਆਊਗੀ। ਮੋਦੀ ਸਰਕਾਰ ਨੇ ਜੀ ਪਹਿਲਾਂ ਜਿਹੜੇ ਕਿ ਕਿਸਾਨ ਆ ਉਹਨਾਂ ਤੇ ਜਿਹੜਾ ਹੁਣ ਪਰਾਲੀ ਨੂੰ ਲੈ ਕੇ ਜਿਹੜਾ ਕਾਨੂੰਨ ਪਾਸ ਕਰਤਾ ਕਿ ਜਿਹੜਾ ਹੈਗਾ 1 ਕਰੋੜ ਜਿਹੜਾ ਹੈਗਾ ਜੁਰਮਾਨਾ ਲੱਗੂਗਾ ਔਰ 5 ਸਾਲ ਦੀ ਕੈਦ ਆ। ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਦੇਖੋ ਜੀ, ਜਿਹੜੀ ਕਾਨੂੰਨ ਦੀ ਸਾਰਥਕਤਾ ਤਾਂ ਹੁੰਦੀ ਆ ਜੇਕਰ ਜਿਨ੍ਹਾਂ ਦੇ ਲਾਗੂ ਹੋਣਾ ਉਹਨਾਂ ਬੰਦਿਆਂ ਨੂੰ ਉਹਦੀ ਸਮਝ ਹੋਵੇ। ਹੁਣ ਸਾਡੇ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਬਣ ਰਿਹਾ, ਪਹਿਲੀ ਗੱਲ ਤਾਂ ਕਾਨੂੰਨ ਬਣ ਕਿਵੇਂ ਰਹੇ ਆ, ਕਾਨੂੰਨ ਬਣਾ ਜਿਹੜੇ ਰਹੇ ਆ ਉਹਨਾਂ ਦੇ ਆਪਣੇ ਦੇ ਕਾਨੂੰਨ ਲਾਗੂ ਨਹੀਂ ਹੁੰਦੇ, ਤੇ ਜਿਨ੍ਹਾਂ ਵਾਸਤੇ ਕਾਨੂੰਨ ਬਣ ਰਹੇ ਆ ਉਹਨਾਂ ਨੂੰ ਇਹਨਾਂ ਦੀ ਸਮਝ ਹੈ ਨਹੀਂ, ਤੇ ਜਿਨ੍ਹਾਂ ਨੂੰ ਸਮਝ ਆ ਉਹਦੇ ਨਾਲ ਫੁੱਟਬਾਲ ਵਾਂਗੂ ਖੇਡ ਰਹੇ ਆ। ਜਿਹੜਾ ਤੁਸੀਂ ਨਵੇਂ ਕਾਨੂੰਨ ਦੀ ਗੱਲ ਕਰਦੇ ਹੋ ਇਹ ਕਿਤੇ ਵੀ ਐਗਜ਼ਿਸਟ ਨਹੀਂ ਕਰ ਸਕਦਾ, ਨਾ ਹੀ ਪੰਜਾਬ ਦੇ ਲੋਕਾਂ ਦੇ। ਅਸੀਂ ਜਾਣਦੇ ਆ 2.5 ਤੋਂ 3 ਏਕੜ ਵਾਲਾ ਜ਼ਿਮੀਂਦਾਰ ਆ ਜਿਹੜਾ 2 ਲੱਖ ਦੇ ਕਰਜ਼ੇ ਪਿੱਛੇ ਖੁਦਕੁਸ਼ੀ ਕਰ ਰਿਹਾ। ਅੱਜ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿ ਰਹੇ ਹਾਂ, ਗੱਲ ਕਰਦੇ ਹਾਂ, ਪਰ ਅੱਜ ਸਾਡੇ ਕੀ ਆ ਪੰਜਾਬ ਦੇ ਪੁੱਤ ਜਿਹੜੇ ਛੋਟੀ ਕਿਸਾਨੀ ਆ ਉਹ ਕਰ ਕੀ ਰਹੇ ਨੇ। ਅੱਜ ਮੈਂ ਕਹਿੰਦਾ ਰੋਜ਼ ਦੇ 5 ਤੋਂ 10 ਖਬਰਾਂ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ, ਕੋਈ ਟ੍ਰੇਨ ਥੱਲੇ ਸਿਰ ਦੇ ਕੇ, ਕੋਈ ਗਲ 'ਚ ਰੱਸਾ ਪਾ ਕੇ, ਕੋਈ ਕੀੜੇ ਮਾਰ ਦਵਾਈ ਖਾ ਕੇ ਮਰ ਰਿਹਾ 2-2 ਲੱਖ ਰੁਪਏ ਦੇ ਕਰਜ਼ੇ ਪਿੱਛੇ। ਤਾਂ ਜਿਹੜੀ ਕਰੋੜਾਂ ਰੁਪਏ ਦਾ ਕੀ ਜੁਰਮਾਨੇ ਲਾਉਣ ਦੀ ਗੱਲ ਕੀਤੀ ਜਾ ਰਹੀ ਆ, ਇਹਨਾਂ 'ਚ ਕੋਈ ਸਾਰਥਕਤਾ ਨਹੀਂ, ਨਾ ਹੀ ਇਹ ਲਾਗੂ ਹੋ ਸਕਦੀ ਆ। ਸਿਰਫ ਲੋਕਾਂ ਨੂੰ ਡਰਾਉਣ ਵਾਸਤੇ ਕੀਤਾ ਜਾ ਰਿਹਾ। ਅਸੀਂ ਤਾਂ ਸਰਕਾਰ ਤੋਂ 1.5 ਸਾਲ ਤੋਂ ਮੰਗ ਕਰ ਰਹੇ ਹਾਂ। ਜ਼ਿਮੀਂਦਾਰ ਕੋਈ ਮੂਰਖ ਨਹੀਂ, ਜ਼ਿਮੀਂਦਾਰ ਇਹਨਾਂ ਚੀਜ਼ਾਂ 'ਚੋਂ ਨਿਕਲਣਾ ਚਾਹੁੰਦਾ, ਪਰ ਜ਼ਿਮੀਂਦਾਰ ਖੁਦ ਨਹੀਂ ਨਿਕਲ ਸਕਦਾ। ਉਹਦੇ ਵਾਸਤੇ ਸਰਕਾਰ ਨੂੰ ਨੀਤੀਆਂ ਘੜਨੀਆਂ ਪੈਣਗੀਆਂ। ਸਰਕਾਰ ਕੋਈ ਨੀਤੀ ਪਹਿਲਾਂ ਲੈ ਕੇ ਆਵੇ, ਬਦਲ ਲੈ ਕੇ ਆਵੇ। ਗ੍ਰੀਨ ਟ੍ਰਿਬਿਊਨਲ ਆ ਜਿਹੜੀ ਕਿ ਕਾਫੀ ਲੰਮੇ ਸਮੇਂ ਤੋਂ ਧਮਕਾ ਰਹੀ ਹੈ ਲੋਕਾਂ ਨੂੰ, ਮੈਂ ਕਹਿੰਦਾ ਉਹਨਾਂ ਨੇ ਅਜੇ ਤੱਕ ਲੋਕਾਂ ਵਾਸਤੇ ਕੁਝ ਨਹੀਂ ਕੀਤਾ। ਬੜੇ ਮੋਟੇ ਫੰਡ ਇਕੱਠੇ ਕੀਤੇ ਜਾਂਦੇ ਆ। ਅੱਜ ਜ਼ਿਮੀਂਦਾਰ ਕਹਿ ਰਿਹਾ ਅਸੀਂ ਇਕੱਠਾ ਬਣਾਉਣ ਨੂੰ ਤਿਆਰ ਹਾਂ, ਪਰ ਮੈਂ ਕਹਿੰਦਾ ਮਸ਼ੀਨਾਂ ਨਹੀਂ ਮਿਲਦੀਆਂ, ਜਿਹੜੀਆਂ ਮਿਲ ਰਹੀਆਂ 2500 ਰੁਪਏ ਕੀ ਆ ਖਰਚਾ ਲਿਆ ਜਾ ਰਿਹਾ ਉਹਨਾਂ ਤੋਂ। ਤਾਂ ਸਰਕਾਰ ਨੂੰ ਚਾਹੀਦਾ ਕੋਈ ਨੀਤੀ ਲੈ ਕੇ ਆਵੇ ਇਹਨਾਂ ਚੀਜ਼ਾਂ 'ਚੋਂ ਕੱਢਣ ਵਾਸਤੇ। ਸਰਕਾਰ ਕੋਲੇ ਬਹੁਤ ਇਨਫਰਾਸਟ੍ਰਕਚਰ ਹੈਗਾ। ਜੇਕਰ ਪੰਜਾਬ ਨੂੰ ਦੇਖਦੇ ਹਾਂ ਤਾਂ ਪੰਜਾਬ ਕੋਲੇ ਲਗਭਗ 1500 ਤੋਂ ਉੱਪਰ ਮੰਡੀਆਂ ਨੇ, ਤੇ 18 ਮਹਿਕਮੇ ਇਹੋ ਜਿਹੇ ਆ ਜਿਹੜੇ ਇਕੱਲੇ ਪੰਜਾਬ ਦੇ ਵਿੱਚ ਵੀ ਕੀ ਕੰਮ ਕਰਦੇ ਆ, ਕਿਸੇ ਹੋਰ ਸਟੇਟ 'ਚ ਨਹੀਂ, ਜਿਹੜੇ ਖੇਤੀਬਾੜੀ ਨੂੰ ਤਾਹਾਂ ਚੱਕਣ ਵਾਸਤੇ ਬਣੇ ਆ। ਜੇਕਰ ਉਹਨਾਂ ਨੂੰ ਚੇਅਰਮੈਨੀਆਂ ਇਕੱਲੀਆਂ ਦੇਣ ਵਾਸਤੇ ਨਾ ਰੱਖ ਕੇ ਲੋਕਾਂ ਵਾਸਤੇ ਵਰਤੇ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਪੰਜਾਬ ਇਹਨਾਂ ਮਾਨੀਆਂ ਡਾਨੀਆਂ ਦੇ ਅੱਗੇ ਕਦੇ ਨਹੀਂ ਝੁਕੂਗਾ। ਪਰ ਉਹਦੇ ਵਾਸਤੇ ਸਾਡੀ ਸਟੇਟ ਗੌਰਮੈਂਟ ਨੂੰ ਚਾਹੀਦਾ, ਜਿਹਨੂੰ ਅਸੀਂ ਮਾਂ ਮੰਨਦੇ ਹਾਂ, ਕਿਉਂਕਿ ਸਟੇਟ ਗੌਰਮੈਂਟ ਸਾਡੀ ਮਾਂ ਹੁੰਦੀ ਆ। ਤੇ ਜੇਕਰ ਸਾਡੀ ਜਿਹੜੀ ਸਟੇਟ ਗੌਰਮੈਂਟ ਆ ਇਹ ਆਪਣਾ ਫਰਜ਼ ਪਛਾਣਦੀ ਹੋਈ ਇਹਨਾਂ 18 ਮਹਿਕਮੇ ਨੂੰ ਸਰਵਾਈਵਲ ਮੋਡ ਤੇ ਲੈ ਆਉਂਦੀ ਆ ਤਾਂ ਸਾਡਾ ਪੰਜਾਬ ਦਾ ਕਿਸਾਨ ਵੀ ਉੱਠ ਕੇ ਖੜਾ ਹੋਊਗਾ ਤੇ ਅੰਬਾਨੀ ਅਡਾਨੀ ਸਾਡਾ ਕੁਝ ਵਿਗਾੜ ਨਹੀਂ ਸਕਣਗੇ। ਇਹ ਸਨ ਅਸੂਲ ਮੰਚ ਦੇ ਰੁਪਿੰਦਰ ਜੀ, ਤੇ ਇਸ ਤੋਂ ਬਾਅਦ ਅਸੀਂ ਕੋਆਰਡੀਨੇਟਰ ਬਲਜਿੰਦਰ ਵੀਰ ਨਾਲ ਗੱਲ ਕਰਾਂਗੇ। ਦੋਸਤੋ, ਪਹਿਲਾਂ ਤੁਹਾਨੂੰ ਅਸੀਂ ਰੁਪਿੰਦਰ ਜੀ ਨਾਲ ਮਿਲਾਇਆ, ਇਸ ਤੋਂ ਬਾਅਦ ਸਾਡੇ ਨਾਲ ਬਲਵਿੰਦਰ ਸਿੰਘ ਜੀ ਨੇ ਕਿ ਲੋਕ ਲਹਿਰ ਦੇ ਆਗੂ ਨੇ, ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਦੇ ਚੈਨਲ 'ਤੇ ਸਵਾਗਤ ਕਰਦੇ ਹਾਂ। ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਅਤੇ ਸੁਣਨ ਵਾਲੇ ਸਰੋਤਿਆਂ ਦਾ ਵੀ। ਜੀ ਅਸੀਂ ਸੁਣਿਆ ਕਿ ਜਿਹੜੇ ਹੈਗੇ ਅਲੱਗ-ਅਲੱਗ ਪਾਰਟੀਆਂ ਬਣੀਆਂ ਹੋਈਆਂ ਨੇ, ਸਾਰੇ ਆ ਕੇ ਜਿਹੜੇ ਹੈਗੇ ਵੋਟਾਂ ਦੀ ਗੱਲ ਹੀ ਕਰਦੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹੈਗਾ ਇਸ ਤਰ੍ਹਾਂ ਸਾਡੇ ਸਾਰਿਆਂ ਨੂੰ ਹੱਕ ਮਿਲ ਜਾਣਗੇ?
ਦੇਖੋ ਸਵਾਲ ਇਹ ਹੈ ਕਿ ਪਹਿਲਾਂ ਹੱਕ ਲੈਣ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਹੱਕ ਕੀ ਹੈ। ਦੇਣ ਵਾਲਾ ਜਿਹੜਾ ਹੈਗਾ ਉਹਨੂੰ ਸਾਰਾ ਕੁਝ ਪਤਾ ਹੈ, ਉਹਨੂੰ ਹੱਕਾਂ ਦਾ ਵੀ ਪਤਾ ਹੈ, ਉਹਨੂੰ ਲੋਕਾਂ ਨੂੰ ਕਮਲੇ ਬਣਾਉਣ ਦਾ ਵੀ ਪਤਾ ਹੈ। ਪਰ ਜੇ ਨਹੀਂ ਪਤਾ ਤਾਂ ਮਾਲਕ ਨੂੰ ਨਹੀਂ ਪਤਾ ਜਿਹਨੇ ਹੱਕ ਲੈਣੇ ਹੈ। ਕਹਿਣ ਦਾ ਭਾਵ ਵੀ ਸਾਡੇ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਜੇ ਜਾਣਕਾਰੀ ਹੈਗੀ ਹੈ ਜਿਨ੍ਹਾਂ ਨੂੰ, ਤਾਂ ਉਹ ਜਾਣਕਾਰੀ ਜਿਹੜੀ ਹੈਗੀ ਆ ਉਹਨੂੰ ਬਾਕੀ ਸਾਰਿਆਂ ਨੂੰ ਦੇ ਕੇ ਉਹਨਾਂ ਨੂੰ ਲਾਮਬੱਧ ਕਰਨ ਦੀ ਜ਼ਰੂਰਤ ਹੈ। ਕਿਉਂਕਿ ਅੱਜ ਸਮੱਸਿਆ ਇਹ ਹੈ ਕਿ ਜਿਹੜੇ ਲੁੱਟਣ ਵਾਲੇ ਹੈ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਹੁੰਦਿਆਂ ਹੋਇਆਂ, ਵੱਖ-ਵੱਖ ਤਰ੍ਹਾਂ ਦੇ ਡਰਾਮੇ ਕਰਦਿਆਂ ਹੋਇਆਂ ਇਕੱਠੇ ਹੈ। ਹੁਣ ਕਿਸੇ ਨੂੰ ਸ਼ੱਕ ਨਹੀਂ ਰਹਿ ਗਿਆ ਵੀ ਅਕਾਲੀ, ਕਾਂਗਰਸੀ, ਭਾਜਪਾ ਵੀ ਇਹ ਸਾਰੇ ਜਿਹੜੇ ਹੈਗੇ ਆ ਇਹ ਇਕੱਠੇ ਆ ਅੰਦਰੋਂ, ਇਹ ਸਭ ਨੂੰ ਪਤਾ ਲੱਗ ਗਿਆ। ਪਰ ਸਵਾਲ ਇਹ ਹੈ ਅੱਜ ਲੋਕਾਂ ਦੇ ਇਕੱਠੇ ਹੋਣ ਦੀ ਲੋੜ ਹੈ। ਜਿਹੜੀਆਂ ਕਿਸਾਨ ਯੂਨੀਅਨਾਂ ਹੈ ਸਭ ਤੋਂ ਪਹਿਲਾਂ ਇਹ ਖੁਦ ਇਕੱਠੀਆਂ ਹੋਣ, ਉਦੋਂ ਬਾਅਦ ਮਜ਼ਦੂਰ ਯੂਨੀਅਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਨਾਲ ਲੈਣ, ਉਦੋਂ ਬਾਅਦ ਫਿਰ ਮੁਲਾਜ਼ਮ ਯੂਨੀਅਨ ਜਿਹੜੀ ਹੈਗੀ ਆ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਉਹ ਇਹਨਾਂ ਦੇ ਨਾਲ ਰਲਣ। ਕਿਉਂਕਿ ਸਵਾਲ ਇਹ ਹੈ ਕਿ ਸਾਡੇ ਮੁੱਦੇ ਸਾਂਝੇ ਹੈ, ਸਾਡੇ ਹੱਕ ਸਾਂਝੇ ਹੈ, ਬੁਨਿਆਦੀ ਲੋੜਾਂ ਸਾਂਝੀਆਂ। ਪੰਜਾਬ ਦਾ ਜਿੰਨਾ ਬੁਨਿਆਦੀ ਢਾਂਚਾ ਹੈਗਾ ਉਹਨੂੰ ਸਰਕਾਰ ਹੌਲੀ ਹੌਲੀ ਕਰਕੇ ਢਾਹ ਰਹੀ ਹੈ, ਵੇਚ ਰਹੀ ਹੈ। ਜਿੰਨੇ ਵੀ ਸਰਕਾਰੀ ਅਦਾਰੇ ਤੁਸੀਂ ਦੇਖ ਲਓ, ਮਤਲਬ ਅੱਧੋਂ ਜ਼ਿਆਦਾ ਸਰਕਾਰ ਨੇ ਅਦਾਰੇ ਵੇਚਤੇ। ਭਾਵੇਂ ਉਹ ਕੇਂਦਰ ਦੀ ਸਰਕਾਰ ਹੈ, ਉਹ ਏਅਰਪੋਰਟ ਵੀ ਵੇਚ ਰਹੀ ਹੈ। ਉੜੀਸਾ ਦੇ ਵਿੱਚ ਤੇ ਆਪਣਾ ਜਿਹੜੇ ਹੋਰ ਹੈਗੇ ਆ ਜਿੱਥੇ ਬੰਦਰਗਾਹ ਹੈ ਉੱਥੇ ਉਹ ਵੇਚ ਦਿੱਤੀਆਂ। ਤਾਂ ਏਅਰਪੋਰਟ ਇਸੇ ਹਫ਼ਤੇ ਹੀ ਜਿਹੜਾ ਅਡਾਨੀ ਗਰੁੱਪ ਆ ਉਹ 3 ਏਅਰਪੋਰਟਾਂ ਦਾ ਕਬਜ਼ਾ ਲੈ ਰਿਹਾ ਹੈ ਨਾ, ਮੰਗਲੌਰ, ਲਖਨਊ ਤੇ ਅਹਿਮਦਾਬਾਦ। ਸੋ ਕਹਿਣ ਦਾ ਭਾਵ ਇਹ ਹੈ ਕਿ ਲੋਕ ਆਪਦੇ ਹੱਕਾਂ ਦੇ ਲਈ ਜੁੜਨ ਔਰ ਇੱਕ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਸਰਕਾਰੀ ਅਸਾਸੇ ਹੈ ਜਿਨ੍ਹਾਂ ਨੂੰ ਸਰਕਾਰ ਵੇਚ ਰਹੀ ਹੈ ਉਹਨਾਂ ਨੂੰ ਵੇਚਣ ਤੋਂ ਉਹਨਾਂ ਨੂੰ ਰੋਕਣ, ਇੱਕ ਲਹਿਰ ਖੜੀ ਕੀਤੀ ਜਾਵੇ। ਸੋ ਅੱਜ ਜਿਹੜਾ ਮੁੱਦਾ ਹੈਗਾ ਉਹ ਕੇਵਲ ਕਿਸਾਨੀ ਦਾ ਨਹੀਂ ਹੈ, ਉਹ ਸਾਰਿਆਂ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਕਿਉਂਕਿ ਸਰਕਾਰ ਇੱਕ ਇੱਕ ਕਰਕੇ ਮਾਰ ਰਹੀ ਹੈ। ਸਭ ਤੋਂ ਪਹਿਲਾਂ ਨੋਟਬੰਦੀ ਕੀਤੀ, ਉਦੋਂ ਗਰੀਬਾਂ ਨੂੰ ਕਹਿਤਾ ਜਾਂ ਜਚਾਤਾ ਕਿ ਅਸੀਂ ਤਕੜਿਆਂ ਤੋਂ ਨੋਟ ਲਵਾਂਗੇ ਤੇ ਤੁਹਾਡਿਆਂ ਖਾਤਿਆਂ 'ਚ ਪਾਵਾਂਗੇ, ਖਾਤੇ ਖਾਲੀ ਰਹਿ ਗਏ। ਠੀਕ ਹੈ, ਉਦੋਂ ਬਾਅਦ GST ਲੈ ਕੇ ਆਂਦਾ, ਉਦੋਂ ਕਿਸਾਨ ਚੁੱਪ ਰਿਹਾ ਵੀ ਇਹ ਤਾਂ ਵਪਾਰੀ ਤੇ ਮਾਰ ਪਊਗੀ। ਠੀਕ ਹੈ, ਅੱਜ ਕਿਸਾਨਾਂ ਦੀ ਵਾਰੀ ਆ ਗਈ। ਸੋ ਕਹਿਣ ਦਾ ਭਾਵ ਜਿਹੜਾ ਸਾਡਾ ਚੌਕੀਦਾਰ ਹੈ, ਜਿਹੜੀ ਕੁੱਤੀ ਹੈ ਸਾਡੀ ਰਾਖੀ ਕਰਨ ਵਾਲੀ, ਉਹ ਚੋਰਾਂ ਨਾਲ ਰਲ ਗਈ। ਠੀਕ ਹੈ, ਸੋ ਅੱਜ ਸਾਨੂੰ ਇੱਕ ਇੱਕ ਕਰਕੇ ਮਾਰਿਆ ਜਾ ਰਿਹਾ ਹੈ। ਸੋ ਇਹ ਵੇਲਾ ਕਿਸਾਨ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਉਹਨਾਂ ਦਾ ਮਨੋਬਲ ਜਿਹੜਾ ਹੈ ਉਹ ਡਿੱਗਦਾ ਨਹੀਂ ਛੇਤੀ, ਕਿਉਂਕਿ ਉਹਨਾਂ ਨੇ ਗਰਮੀਆਂ, ਸਰਦੀਆਂ, ਬਰਬਾਦੀਆਂ ਸਾਰਾ ਕੁਝ ਦੇਖਿਆ ਹੁੰਦਾ। ਪੁੱਤਾਂ ਵਰਗੀ ਪਾਲੀ ਫਸਲ ਅੱਖਾਂ ਦੇ ਸਾਹਮਣੇ ਬਰਬਾਦ ਹੁੰਦੀ ਦੇਖਦਾ ਤੇ ਉਹ ਕਿਸਾਨ ਹੀ ਹੈ। ਬਾਕੀ ਬੰਦਾ ਖਤਮ ਹੋ ਜੇ ਕੋਈ ਵਪਾਰ ਆਪਦਾ, ਉਹਨੂੰ ਸੋਚਦਾ ਨਹੀਂ ਵੀ ਕੀ ਕਰੀਏ, ਪਰ ਕਿਸਾਨ ਪਰਵਾਹ ਨਹੀਂ ਕਰਦਾ। ਸੋ ਹੁਣ ਜਿਹੜਾ ਕਿਸਾਨਾਂ ਦੇ ਨਾਲ ਪੰਗਾ ਪਿਆ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਮੋਦੀ ਜਿਹੜਾ ਹੈਗਾ ਇਹ ਇਸ ਲੜਾਈ ਦੇ ਵਿੱਚ ਹਾਰੇਗਾ। ਪਰ ਇਹ ਲੜਾਈ ਬਹੁਤ ਲੰਬੀ ਹੈ, ਇਹਨੂੰ ਜਿੱਤਣ ਵਾਸਤੇ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣਾ ਪਏਗਾ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਹੋਣਾ ਪਏਗਾ। ਅਸੀਂ ਧੰਨਵਾਦੀ ਹਾਂ ਕਿਸਾਨ ਜਥੇਬੰਦੀਆਂ ਦੇ ਕਿ ਉਹਨਾਂ ਨੇ ਪਹਿਲ ਕਰਕੇ ਦੇਸ਼ ਦੀਆਂ ਤਕਰੀਬਨ 350 ਤੋਂ ਵੱਧ ਜਥੇਬੰਦੀਆਂ ਨੂੰ ਲਾਮਬੱਧ ਕੀਤਾ। ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 27-28 ਦਾ ਪ੍ਰੋਗਰਾਮ ਹੈ, 5 ਤਰੀਕ ਦਾ ਪ੍ਰੋਗਰਾਮ ਹੈ। ਸੋ ਇਹ ਜਿਹੜੇ ਪ੍ਰੋਗਰਾਮ ਹੈਗੇ ਆ ਸਾਂਝੇ ਤੌਰ 'ਤੇ ਪੂਰੇ ਦੇਸ਼ 'ਚ ਦਿੱਤੇ ਜਾ ਰਹੇ ਹੈ। ਸੋ ਉਮੀਦ ਕਰਦੇ ਹਾਂ ਕਿ ਇਹਦਾ ਚੰਗੇ ਨਤੀਜੇ ਆਉਣਗੇ। ਔਰ 5 ਨਵੰਬਰ ਨੂੰ 5 ਘੰਟੇ ਦੇ ਲਈ ਹੈ ਜਿਹੜਾ ਪੂਰਾ ਭਾਰਤ ਬੰਦ ਆ, ਤੁਹਾਨੂੰ ਲੱਗਦਾ ਕਿ ਉਸ ਚੀਜ਼ ਨਾਲ ਫਰਕ ਪੈਣ ਵਾਲਾ? ਦੇਖੋ ਸਵਾਲ ਇਹ ਹੈ, ਸਰਕਾਰ ਡਰਦੀ ਹੈ ਪਬਲਿਕ ਓਪੀਨੀਅਨ ਤੋਂ, ਲੋਕ ਰਾਏ ਤੋਂ। ਮਸਲਾ ਇਹ ਨਹੀਂ ਹੈ ਕਿ 5 ਘੰਟੇ ਬੰਦ ਕਰਨ ਦੇ ਨਾਲ ਮਸਲਾ ਹੱਲ ਹੋ ਜਾਏਗਾ। ਮਸਲਾ ਇਹ ਹੈ ਕਿ ਜੇ ਉਹ ਪੂਰੇ ਦੇਸ਼ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇੱਕ ਲੋਕ ਰਾਏ ਖੜੀ ਹੁੰਦੀ ਹੈ ਕਿ ਪੂਰੇ ਦੇਸ਼ ਦਾ ਕਿਸਾਨ ਇਕੱਠਾ ਹੈ। ਕਿਉਂਕਿ ਹੁਣ ਕੇਂਦਰ ਦੀ ਸਰਕਾਰ ਦਾ ਕਿਤੇ ਨਾ ਕਿਤੇ ਯਤਨ ਹੈ। ਹੈਰਾਨੀ ਹੁੰਦੀ ਹੈ ਕਿ ਅਸੀਂ ਜਿਹੜੇ ਪੰਜਾਬੀ ਹੈਗੇ ਆ ਭਾਰਤ ਦਾ ਹਿੱਸਾ ਹੈ ਤੇ ਜਿਹੜਾ ਵਿਵਹਾਰ ਕਰ ਰਹੀ ਹੈ ਕੇਂਦਰ ਸਰਕਾਰ ਉਹ ਐਂ ਕਰ ਰਹੀ ਹੈ ਜਿਵੇਂ ਅਮਰੀਕਾ ਇਰਾਨ ਨਾਲ ਕਰ ਰਿਹਾ ਹੋਵੇ ਜਾਂ ਭਾਰਤ ਪਾਕਿਸਤਾਨ ਨਾਲ ਕਰ ਰਿਹਾ ਹੋਵੇ। ਰੇਲਾਂ ਬੰਦ ਕਰਨੀਆਂ ਇਹ ਸਰਕਾਰ ਦਾ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਨੀਚਤਾ ਦਾ ਫੈਸਲਾ ਹੈ। ਸੋ ਜੇ ਪੂਰੇ ਦੇਸ਼ ਦਾ ਕਿਸਾਨ ਇਕੱਠਾ ਹੋ ਕੇ ਇੱਕ ਸਾਂਝੀ ਲੜਾਈ ਬਣਾ ਦਿੰਦਾ ਹੈ ਤਾਂ ਮੈਂ ਕਹਿੰਦਾ ਵੀ ਉਹ 5 ਘੰਟੇ ਦੀ ਥਾਂ ਕੇਵਲ 2 ਘੰਟੇ ਦਾ ਵੀ ਬੰਦ ਹੁੰਦਾ ਤੇ ਜੇ ਉਹ ਕਾਮਯਾਬ ਹੁੰਦਾ ਜਿਵੇਂ ਉਮੀਦ ਕਰਦੇ ਹਾਂ ਕਿ ਉਹ ਕਾਮਯਾਬ ਹੋਵੇਗਾ ਤਾਂ ਇਹ ਪੂਰੇ ਦੇਸ਼ ਲਈ ਇੱਕ ਮੈਸੇਜ ਹੋਵੇਗਾ। 16 ਤਰੀਕ ਨੂੰ ਮਜ਼ਦੂਰ ਜਥੇਬੰਦੀਆਂ ਜਿਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਉਹ ਪੂਰੇ ਦੇਸ਼ ਭਰ ਦੇ ਵਿੱਚ ਅੰਦੋਲਨ ਕਰ ਰਹੀਆਂ ਤੇ ਕਿਸਾਨ ਤੇ ਮਜ਼ਦੂਰ ਅਗਰ ਇਕੱਠਾ ਹੋ ਜਾਂਦਾ
ਤਾਂ ਫਿਰ ਬਾਕੀ ਦੇਸ਼ ਬਚਦਾ ਕੀ ਹੈ? ਕਿਸਾਨਾਂ ਤੇ ਮਜ਼ਦੂਰਾਂ ਦਾ ਤਾਂ ਦੇਸ਼ ਹੈ। ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਦਾ ਜਵਾਬ ਦੇਣਾ ਪਏਗਾ। ਔਰ ਅੱਜ ਸਭ ਤੋਂ ਵੱਡੀ ਜ਼ਿੰਮੇਵਾਰੀ ਵੱਖ-ਵੱਖ ਤੇ ਵੱਡੀਆਂ ਜਥੇਬੰਦੀਆਂ ਦੇ ਆਗੂਆਂ ਦੇ ਮੋਢਿਆਂ ਤੇ ਹੈ ਕਿ ਉਹ ਆਪਣੀ ਹਉਮੈ ਨੂੰ ਪਿੱਛੇ ਰੱਖ ਕੇ ਉਹ ਗੱਲ ਨੂੰ ਪੂਰੀ ਤਰ੍ਹਾਂ ਸਮਝ ਕੇ ਤੇ ਸਾਰੇ ਇਕੱਠੇ ਹੋ ਕੇ ਕਿਸਾਨ ਤੇ ਮਜ਼ਦੂਰ ਅਗਰ ਅੰਦੋਲਨ ਕਰਦੇ ਹੈ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਦੇਸ਼ ਦੇ ਹਾਕਮ ਜਿਹੜੇ ਸਾਨੂੰ ਕੱਲੇ ਨੂੰ ਮਾਰ ਰਹੇ ਹੈ, ਵੱਖ-ਵੱਖ ਵਰਗਾਂ ਨੂੰ ਮਾਰ ਰਹੇ ਹੈ, ਇਹ ਨਾ ਹਰਨ, ਇਹ ਹਰਨਗੇ। ਔਰ ਸ਼ਹੀਦ ਭਗਤ ਸਿੰਘ, ਕਰਤਾਰ ਸਰਾਭੇ, ਰਾਜਗੁਰੂ ਸੁਖਦੇਵ, ਉਹਨਾਂ ਦੀਆਂ ਅੱਖਾਂ 'ਚ ਲਏ ਹੋਏ ਸੁਪਨੇ ਜਿਹੜੇ ਹੈਗੇ ਆ ਉਹ ਕਿਸਾਨ ਤੇ ਮਜ਼ਦੂਰ ਰਲ ਕੇ ਪੂਰੇ ਕਰ ਸਕਦੇ ਆ ਭਾਰਤ ਵਾਸੀਆਂ ਦੇ। ਔਰ ਕਿਸਾਨਾਂ ਨੂੰ ਤਾਂ ਜੀ ਦੇਖੋ ਕਾਲੇ ਕਾਨੂੰਨ ਉਹਨਾਂ ਨੇ ਜਾਰੀ ਕਰਕੇ ਪਹਿਲਾਂ ਹੀ ਜਿਹੜਾ ਹੈਗਾ ਮਾਰਨ ਤੇ ਤੁਲੀ ਹੋਈ ਹੈ ਸਰਕਾਰ। ਔਰ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਤੇ ਜਿਹੜਾ 1 ਕਰੋੜ ਜੁਰਮਾਨਾ ਔਰ ਸਜ਼ਾ ਵੀ ਲਾਤੀ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਉਹਦੇ ਬਾਰੇ ਇਹ ਤੁਗਲਕੀ ਫੈਸਲੇ ਹੈ। ਸਾਡੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਜਿਹੜੇ ਵਿਗਿਆਨੀ ਹੈ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਹਵਾ ਦਾ ਦਬਾਅ ਤੇ ਹਵਾ ਦਾ ਰੁੱਖ ਦੇਖ ਕੇ ਰਿਪੋਰਟ ਤਿਆਰ ਕੀਤੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਹੀ ਨਹੀਂ। ਸੋ ਸਰਕਾਰ ਉਹਦਾ ਜਵਾਬ ਦੇਵੇ ਕਿ ਸਰਕਾਰ ਕੋਲੇ ਕਿਹੜੇ ਡਾਟੇ ਆ ਜਿਹਦੇ ਨਾਲ ਪੰਜਾਬ ਦਾ ਧੂੰਆਂ ਜਿਹੜਾ ਹੈਗਾ ਦਿੱਲੀ ਜਾਂਦਾ ਹੈ। ਸਵਾਲ ਇਹ ਹੈ ਕਿ ਪੰਜਾਬ ਦਾ ਕਿਸਾਨ ਅੱਜ ਸੜਕਾਂ ਤੇ ਬੈਠਾ, ਉਹ ਦਿਖਦਾ ਨਹੀਂ। ਠੀਕ ਹੈ, ਉਹਦੇ ਲਈ ਪ੍ਰੈਸ ਤੇ ਪਾਬੰਦੀਆਂ ਕਿ ਉਹ ਇਹ ਅੰਦੋਲਨ ਨੂੰ ਨਾ ਦਿਖਾਵੇ। ਔਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਤੁਗਲਕੀ ਫਰਮਾਨ ਹੈ ਜਿਨ੍ਹਾਂ ਦਾ ਕੋਈ ਤੁਕ ਹੀ ਨਹੀਂ ਬਣਦਾ, ਕਰੋੜ ਰੁਪਏ ਤੱਕ ਜੁਰਮਾਨਾ। ਦੇਖੋ ਉੱਦਾਂ ਵੀ ਵਿਗਿਆਨਕ ਤੌਰ ਤੇ ਜਿਹੜੀਆਂ ਖੇਤੀ ਦੀ ਰਹਿੰਦ ਖੂੰਹਦ ਹੈ ਉਹਦਾ ਪੋਲੂਸ਼ਨ ਦੇ ਵਿੱਚ 6 ਤੋਂ 7% ਹਿੱਸਾ ਹੈ। ਬਾਕੀ ਸਾਡੇ ਜਿਹੜੇ ਖੇਤੀ ਵਿਗਿਆਨੀ ਹੈਗੇ ਆ PAU ਦੇ, ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ। ਕੇਂਦਰ ਦੀ ਸਰਕਾਰ ਉਹਦਾ ਜਵਾਬ ਦੇਵੇ ਔਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਰਿਪੋਰਟ ਨੂੰ ਲੈ ਕੇ ਆਪਦੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ। ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ, ਆਉਣ ਵਾਲੇ 2-3 ਦਿਨਾਂ 'ਚ ਫੈਸਲਾ ਦੇਣਾ ਉਹਨਾਂ ਨੇ। ਸੋ ਕਿਤੇ ਨਾ ਕਿਤੇ ਸਾਡੀ ਸਰਕਾਰ ਜਿਹੜੀ ਹੈਗੀ ਹੈ ਉਹ ਵੀ ਸੱਪ ਲੰਘਣ ਤੋਂ ਬਾਅਦ ਲੀਕ ਪਿੱਟਣ ਵਾਲਾ ਕੰਮ ਕਰਦੀ ਹੈ। ਹੁਣ ਇਹੀ ਸਰਕਾਰਾਂ ਹੈਗੀਆਂ ਜਿਨ੍ਹਾਂ ਨੇ ਆ ਖੇਤੀ ਨਾਲ ਜਿਹੜੇ ਕਾਨੂੰਨ ਬਣੇ ਆ ਇਹਨਾਂ ਨੂੰ ਪਹਿਲਾਂ ਸਮੇਂ-ਸਮੇਂ ਤੇ ਲਾਗੂ ਕਰਕੇ ਲੋਕਾਂ ਦੇ ਗਲ 'ਚ ਫਾਹਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਉਹ ਕਿਸਾਨਾਂ ਦੇ ਨਾਲ ਸ਼ਾਮਲ ਵਾਜਾ ਹੋ ਕੇ ਡਰਾਮਾ ਕਰ ਰਹੇ ਹੈ। ਠੀਕ ਆ, ਮੂਹਰੇ ਚੱਲ ਰਹੇ ਆ, ਕੋਈ ਟਰੈਕਟਰ ਰੈਲੀ ਕੱਢ ਰਿਹਾ, ਕੋਈ ਕਾਲੇ ਚੋਲੇ ਪਾ ਰਿਹਾ। ਉਹ ਉਦੋਂ ਕਿੱਥੇ ਗਏ ਸੀਗੇ ਜਦੋਂ ਇਹ ਕਾਨੂੰਨ ਬਣ ਰਹੇ ਸੀ? ਸੋ ਸਵਾਲ ਇਹ ਹੈ ਕਿ ਲੋਕ ਹੁਣ ਜਾਗਰੂਕ ਹੋ ਗਏ ਹੈ ਔਰ ਇਹਨਾਂ ਡਰਾਮੇਬਾਜ਼ਾਂ ਨੂੰ ਜਿਹੜਾ ਹੈਗਾ ਉਹ ਜਵਾਬ ਦੇਣਾ ਪਏਗਾ। ਅਸੀਂ ਲੋਕ ਅਧਿਕਾਰ ਲਹਿਰ ਵੱਲੋਂ ਇੱਕ ਪੂਰੇ ਪੰਜਾਬ ਦੇ ਵਿੱਚ ਸਮਾਜਿਕ ਤੇ ਰਾਜਸੀ ਚੇਤਨਾ ਦੇ ਲਈ ਲਹਿਰ ਚਲਾ ਰਹੇ ਹਾਂ। ਅਸੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਵੱਡੇ ਆਗੂ ਹੈ ਉਹਨਾਂ ਕੋਲੇ ਵੀ ਜਾਵਾਂਗੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕ ਇੱਕ ਸਾਂਝਾ ਮਹਾਜ ਬਣਾ ਕੇ ਲੜਾਈ ਲੜਨ ਔਰ ਉਹ ਲੜਾਈ ਜਿਹੜੀ ਹੈਗੀ ਹੈ ਉਹ ਪੂਰੇ ਦੇਸ਼ ਦੇ ਲਈ, ਪੂਰੇ ਭਾਰਤ ਦੇ ਲਈ ਇੱਕ ਨਜ਼ੀਰ ਬਣੇ, ਇੱਕ ਪ੍ਰੇਰਨਾ ਸਰੋਤ ਬਣੇ। ਅਸੀਂ ਪਹਿਲਾਂ ਇੱਥੇ ਟਾਪੇ ਥੱਲੇ ਕਰੀਏ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਦੋਂ ਬਾਅਦ ਜਿਨ੍ਹਾਂ ਨੇ ਭਾਰਤ ਲੁੱਟਿਆ ਉਹਨਾਂ ਨੂੰ ਭਾਰਤ ਦੇ ਲੋਕ ਰਲ ਕੇ ਜਿਹੜਾ ਹੈਗਾ ਕਟਹਿਰੇ 'ਚ ਖੜਾ ਕਰਨ। ਔਰ ਪਿਛਲੇ ਦਿਨੀ ਭਗਵੰਤ ਮਾਨ ਜੀ ਆਏ, ਕਹਿੰਦੇ ਕਿ ਜਿਹੜੇ ਗ੍ਰਾਮ ਸਭਾ ਚਲਾਈਆਂ ਨੇ ਉਹ ਵੀ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਉਹਨਾਂ ਦੇ ਨਾਲ ਹੀ ਉਹਨਾਂ ਦੇ ਵਿਰੋਧ ਵੇਲੇ ਹੀ ਚਲਾਏ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਗੱਲ ਇਹ ਹੈ, ਜਿੱਥੋਂ ਤੱਕ ਗ੍ਰਾਮ ਸਭਾ ਦਾ ਸਵਾਲ ਹੈ ਇਹਨੂੰ ਆਪਾਂ 2 ਤਰ੍ਹਾਂ ਦੇ ਨਜ਼ਰੀਏ ਨਾਲ ਦੇਖ ਸਕਦੇ ਹਾਂ। ਜੇ ਤਾਂ ਆਪਾਂ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਗੱਲ ਕਰੀਏ ਤਾਂ ਇਹਦੇ ਨਾਲ ਲੋਕ ਇਕੱਠੇ ਹੋ ਜਾਂਦੇ ਆ ਔਰ ਜਾਗਰੂਕਤਾ ਫੈਲਦੀ ਆ, ਉੱਥੇ ਅਸੀਂ ਲੋਕਾਂ ਨੂੰ ਹੋਰ ਜਾਣਕਾਰੀਆਂ ਵੀ ਦੇ ਸਕਦੇ ਹਾਂ। ਪਰ ਜੇ ਆਪਾਂ ਇਸ ਗੱਲ ਕਰੀਏ ਕਿ ਇਹਦੇ ਨਾਲ ਕਾਨੂੰਨ ਵਾਪਸ ਹੋ ਜਾਣਗੇ ਤਾਂ ਮੇਰਾ ਖਿਆਲ ਇਹਦਾ ਕੋਈ ਸਿੱਧਾ ਸੰਬੰਧ ਨਹੀਂ ਹੈ, ਕਿਉਂਕਿ ਜਿਹੜਾ 1994-95 ਦੇ ਵਿੱਚ ਐਕਟ ਬਣਿਆ ਸੀ ਜਿਹਦੇ ਨਾਲ ਗ੍ਰਾਮ ਸਭਾ ਨੂੰ ਤਾਕਤ ਮਿਲੀ ਹੈ, ਸੋ ਉਹ ਐਕਟ ਵੀ ਭਾਰਤ ਦੀ ਸੰਸਦ ਨੇ ਹੀ ਬਣਾਇਆ ਹੈ। ਸੋ ਭਾਰਤ ਦੀ ਸੰਸਦ ਨੂੰ ਚੈਲੰਜ ਕਰਨਾ, ਜਿਹੜੀ ਚੀਜ਼ ਜਿੱਥੋਂ ਜਨਮ ਲਿਆ ਹੋਵੇ ਜਿਹਨੇ, ਤਾਂ ਉਹ ਸੰਭਵ ਨਹੀਂ ਹੈ। ਤਾਂ ਡਾਇਰੈਕਟ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਗੱਲ ਦੇ ਨਾਲ, ਪਰ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਵਾਸਤੇ ਇਹ ਚੀਜ਼ ਸਹਾਈ ਹੋ ਸਕਦੀ ਹੈ ਔਰ ਹੋ ਰਹੀ ਹੈ। ਇਹਦੇ ਲਈ ਹਮੀਰ ਸਿੰਘ ਹੁਰੀ, ਆਪਣਾ ਡਾਕਟਰ ਪਿਆਰੇ ਲਾਲ ਗਰਗ ਹੁਰੀ ਬੜੀ ਦੇਰ ਤੋਂ ਜਿਹੜਾ ਪਿੰਡ ਬਚਾਓ ਪੰਜਾਬ ਬਚਾਓ ਦੇ ਤਹਿਤ ਉਹ ਲੋਕਾਂ ਨੂੰ ਗ੍ਰਾਮ ਸਭਾ ਦਾ ਕਨਸੈਪਟ ਦੱਸ ਰਹੇ ਹੈ। ਪਰ ਜਿੱਥੋਂ ਤੱਕ ਸਵਾਲ ਇਹ ਹੈ ਕਿ ਗ੍ਰਾਮ ਸਭਾ ਆਪਦੇ ਪਿੰਡ ਦੇ ਜੁੜੇ ਹੋਏ ਫੈਸਲਿਆਂ ਦੇ ਨਾਲ ਸੰਬੰਧਿਤ ਹੈ। ਇਹ ਦੇਸ਼ ਪੂਰੇ ਭਾਰਤ ਦੇ ਵਿੱਚ ਇਹ ਕਾਨੂੰਨ ਲਾਗੂ ਹੋਇਆ ਤੇ ਬਹੁਤ ਸਾਰੇ ਜਿਹੜੇ ਬਾਕੀ ਦੇ ਸੂਬੇ ਆ ਉੱਥੇ ਅਜੇ ਮਾਹੌਲ ਠੰਡਾ ਹੈ, ਉੱਥੇ ਕੋਈ ਗ੍ਰਾਮ ਸਭਾ ਦੀ ਗੱਲ ਨਹੀਂ ਚੱਲ ਰਹੀ। ਸੋ 30-32 ਸੂਬਿਆਂ ਦੇ ਵਿੱਚੋਂ ਜੇ ਕੋਈ 2 ਸੂਬੇ ਜਾਂ 1 ਸੂਬੇ ਦੇ ਵਿੱਚ ਇਹ ਗੱਲ ਚੱਲਦੀ ਵੀ ਹੈ ਤਾਂ ਇਹਦਾ ਕਾਨੂੰਨ ਤੇ ਕੋਈ ਅਸਰ ਨਹੀਂ ਪਏਗਾ।
ਪਰ ਇੰਨਾ ਹੈ ਵੀ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਮੁਹਿੰਮ ਚੱਲੀ ਹੋਈ ਹੈ ਔਰ ਉਹਦੇ ਵਿੱਚ ਭਗਵੰਤ ਮਾਨ ਹੋਰੀ ਵੀ ਆਪਦਾ ਹਿੱਸਾ ਪਾ ਰਹੇ ਆ, ਚੰਗੀ ਗੱਲ ਹੈ ਜੀ ਹਾਂਜੀ। ਔਰ ਅਖੀਰ ਤੇ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਲੋਕ ਨੇ ਜੀ ਸਾਰੇ ਹੀ ਜਿਹੜੇ ਕਿੱਤਿਆਂ ਦੇ ਉੱਪਰ ਲੱਗ ਚੁੱਕੇ ਨੇ ਔਰ ਦੇਖਿਆ ਜਾਵੇ ਤਾਂ ਇਕੱਲੇ ਕਿਸਾਨ ਹੀ ਜਿਹੜੇ ਹੈਗੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ? ਦੇਖੋ ਗੱਲ ਇਹ ਹੈ ਕਿ ਕਿਸਾਨ ਜਿਹੜੇ ਹੈਗੇ ਆ ਉਹ ਵੀ ਪੂਰੀ ਤਰ੍ਹਾਂ ਤਾਂ ਸੜਕਾਂ ਤੇ ਨਿਕਲੇ ਨਹੀਂ, ਪਰ ਇੱਕ ਗੱਲ ਜਿਹੜੀ ਚੰਗੀ ਹੈਗੀ ਹੈ ਉਹ ਇਹ ਹੈ ਕਿ ਅੱਜ ਘੱਟੋ ਘੱਟ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਹਰੇਕ ਵਾਸੀ ਜਿਹੜਾ ਹੈ ਉਹ ਭਾਵੇਂ ਘਰ ਬੈਠਾ ਹੈ ਪਰ ਉਹ ਘਰ ਬੈਠਾ ਵੀ ਜਿਹੜਾ ਹੈਗਾ ਉਹ ਕਿਸਾਨੀ ਦੇ ਇਸ ਮਸਲੇ ਦੇ ਨਾਲ ਜੁੜਿਆ ਹੋਇਆ ਹੈ, ਸੋਸ਼ਲ ਮੀਡੀਆ ਜਰੀਏ, ਅਖਬਾਰਾਂ ਦੇ ਜਰੀਏ। ਸੋ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਆ ਰਹੀ ਹੈ। ਸੋ ਇਹ ਜਿਹੜੀ ਸਮਾਜਿਕ ਚੇਤਨਾ ਹੈਗੀ ਹੈ ਇਹਦੇ ਵਿੱਚੋਂ ਹੀ ਰਾਜਸੀ ਚੇਤਨਾ ਉਪਜਦੀ ਹੈ। ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਜੇ ਥੋੜ੍ਹੇ ਕਿਸਾਨ ਜਾਂ ਇਕੱਲਾ ਕਿਸਾਨ ਨਿਕਲਿਆ ਤੇ ਉਹਦੇ ਨਾਲ ਅਸਰ ਨਹੀਂ ਪਏਗਾ, ਅਸਰ ਪਏਗਾ ਕਿਉਂਕਿ ਜਿੰਨੇ ਬੰਦੇ ਧਰਨਿਆਂ 'ਚ ਆਉਂਦੇ ਆ ਉਹ ਸ਼ਾਮ ਨੂੰ ਪਿੰਡ 'ਚ ਜਾ ਕੇ ਗੱਲ ਵੀ ਦੱਸਦੇ ਆ। ਸੋ ਇਹਦੇ ਚੰਗੇ ਨਤੀਜੇ ਨਿਕਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੋਸ਼ਿਸ਼ ਜਿਹੜੀ ਕਰ ਰਹੇ ਆ ਕਿ ਵੱਖ-ਵੱਖ ਵਰਗ ਜਿਹੜੇ ਹੈਗੇ ਆ, ਜਿਹੜੇ ਅਲੱਗ-ਅਲੱਗ ਲੜਾਈ ਲੜ ਰਹੇ ਆ, ਉਹ ਇਕੱਠੇ ਹੋਣ ਤੇ ਉਹ ਕੁਦਰਤੀ ਗੱਲ ਹੈ ਆਉਣ ਵਾਲੇ ਸਮੇਂ 'ਚ ਇਕੱਠੇ ਹੋਣਗੇ ਕਿਉਂਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਔਰ ਰਾਜਸੀ ਪਾਰਟੀਆਂ ਦਾ ਡਰਾਮਾ ਜਿਹੜਾ ਬਾਹਰ ਉਹ ਨੂਰਾ ਕੁਸ਼ਤੀ ਲੜਦੇ ਆ ਤੇ ਪਿੱਛੋਂ ਸਾਰਾ ਕੁਝ ਮਤਲਬ ਜਿਹੜੇ ਹੈਗੇ ਆ ਉਹ ਚੰਡੀਗੜ੍ਹ ਦੀ ਇੱਕੇ ਕੋਠੀ ਦੇ ਵਿੱਚ ਰੇਤਾ ਬਜਰੀ ਤੇ ਸ਼ਰਾਬ ਦੇ ਠੇਕਿਆਂ ਦੇ ਪੈਸਿਆਂ ਦੇ ਫੈਸਲੇ ਹੁੰਦੇ ਆ। ਸੋ ਸਾਰੀਆਂ ਗੱਲਾਂ ਇਹਨਾਂ ਦੇ ਵਿੱਚੋਂ ਹੀ ਉੱਠ ਕੇ ਕਈ ਬੰਦਿਆਂ ਨੇ ਦਸੀਆਂ। ਤਾਂ ਸੋ ਇਹ ਗੱਲਾਂ ਹੁਣ ਬਾਹਰ ਆ ਚੁੱਕੀਆਂ ਤੇ ਲੋਕ ਜਦੋਂ ਜਾਗ ਜਾਣ ਤਾਂ ਫਿਰ ਉਸ ਵੇਲੇ ਮੇਰਾ ਖਿਆਲ ਸਥਿਤੀ ਆਉਣ ਵਾਲੇ ਸਮੇਂ 'ਚ ਇਹ ਬਣਨ ਵਾਲੀ ਹੈ ਕਿ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਪਿੰਡਾਂ 'ਚ ਵੜਨ ਤੋਂ ਵੀ ਰੋਕਣਗੇ ਔਰ ਸਵਾਲ ਵੀ ਪੁੱਛਣਗੇ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ, ਤੁਸੀਂ ਪੰਜਾਬ ਨੂੰ ਵੇਚਿਆ ਕਿਉਂ ਹੈ, ਤੁਹਾਡੀ ਜ਼ਿੰਮੇਵਾਰੀ ਕੀ ਹੈ। ਕਿਉਂਕਿ ਮਾਲਕ ਜਦੋਂ ਜਾਗ ਜੇ ਉਦੋਂ ਫਿਰ ਨੌਕਰ ਬਹੁਤੀਆਂ ਚਲਾਕੀਆਂ ਨਹੀਂ ਕਰ ਸਕਦਾ। ਸਰਕਾਰ ਲੋਕਾਂ ਦੀ ਨੌਕਰ ਹੈ ਤੇ ਲੋਕ ਜਿਹੜੇ ਨੇ ਉਹ ਅਸਲ ਮਾਲਕ ਨੇ। ਤੇ ਅੱਜ ਸਰਦਾਰ ਬਲਵਿੰਦਰ ਸਿੰਘ ਜੀ ਨੇ ਗਹਿਰਾਈ ਦੇ ਵਿੱਚ ਆਪਾਂ ਨੂੰ ਦੱਸਿਆ ਵੀ ਆਪਣੀ ਲੜਾਈ ਹੈ ਜਿਹੜੀ ਦਿਮਾਗ ਖੋਲ੍ਹ ਕੇ ਲੜਨ ਵਾਲੀ ਆ। ਇਹ ਨਹੀਂ ਵੀ ਵੈਸੇ ਹੀ ਰੌਲਾ ਪਾਈ ਜਾਣਾ, ਆਪਾਂ ਹਰੇਕ ਪੁਆਇੰਟ ਦੇ ਉੱਤੇ ਵੀ ਆਪਾਂ ਸੋਚਣਾ ਕਿਵੇਂ ਕਾਨੂੰਨੀ ਢੰਗ ਦੇ ਨਾਲ ਆਪਾਂ ਉਹ ਲੜਾਈ ਕਾਮਯਾਬ ਕਰਨੀ ਆ। ਸੋ ਅੱਜ ਨਿਹਾਲ ਸਿੰਘ ਵਾਲਾ ਸਾਡੇ ਇਸ ਧਰਨੇ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਆ। ਅਸੂਲ ਚ ਪੰਜਾਬ ਦੇ ਵੀ ਇੱਥੇ ਪਹੁੰਚੇ ਸਾਰੇ ਮੈਂਬਰ, ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਲਵਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਆ ਉਹ ਜਾਗ ਰਹੇ ਨੇ ਔਰ ਸਾਰਿਆਂ ਨੂੰ ਇਕਜੁੱਟ ਹੋ ਕੇ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਹੈ, ਤਾਂ ਹੀ ਜਾ ਕੇ ਕਿਤੇ ਜਿਹੜੇ ਹੈਗੇ ਕਾਨੂੰਨ ਰੱਦ ਹੋ ਸਕਦੇ ਆ। JVS ਟਾਈਮ ਤੋਂ ਜਗਵੀਰ ਆਜ਼ਾਦ ਦੀ ਰਿਪੋਰਟ।